ਧਨਾਸਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨ ਹੈ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨੇਚਲ ਰਾਜ ਕਮਾਓ। ਪਰਮ ਸਤਿਕਾਰਯੋਗ ਨਾਨਕ ਨਾਮ ਲੇਵਾ ਸਭ ਧਰਮਾਂ ਦੇ ਸਨਿਯੋਗ। ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ 678 ਨੰਬਰ ਅੰਗ ਉੱਤੇ ਅੰਕਿਤ ਕੀਤਾ ਹੋਇਆ ਹੈ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜਿਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਉਹੀ ਤੈਨੂੰ ਆਪਣੇ ਵੱਲ ਪ੍ਰੇਰਦਾ ਹੈ। ਤੂੰ ਸਹਿਜ ਅਵਸਥਾ ਦੇ ਵਿੱਚ ਟਿਕ ਜਾ, ਜਿਸ ਦੇ ਨਾਲ ਤੇਰੇ ਹਿਰਦੇ ਰੂਪ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਪੈਦਾ ਹੋ ਜਾਣਗੇ, ਤੈਨੂੰ ਪ੍ਰਾਪਤ ਹੋ ਜਾਣਗੇ। ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਤੈਨੂੰ ਸ਼ੋਭਾ ਮਾਣ ਵਡਿਆਈਆਂ ਮਿਲਣਗੀਆਂ। ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਬਚਨ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲੈ। ਜਦੋਂ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ ਕਿ ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਮੇਰਾ ਕੋਈ ਓਟ ਆਸਰਾ ਨਹੀਂ, ਤਦੋਂ ਇਹ ਸਾਰੇ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਤੇਰੀ ਜੈ ਜੈਕਾਰ ਹੋਏਗੀ ਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਤੂੰ ਮਾਣ ਇੱਜ਼ਤ ਵਾਲਾ ਬਣ ਜਾਏਗਾ। ਕਿਉਂਕਿ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਨੇ, ਉਹ ਪਰਮਾਤਮਾ ਨੇ ਆਪ ਹੀ ਇਸ ਸੰਸਾਰ ਦੇ ਵਿੱਚ ਭੇਜੇ ਹੋਏ ਨੇ ਤੇ ਉਹ ਉਹਨਾਂ ਨੂੰ ਆਪ ਹੀ ਆਪਣੇ ਵੱਲ ਪ੍ਰੇਰਿਤ ਕਰਦਾ ਹੈ ਤੇ ਉਹਨਾਂ ਦਾ ਸਹਾਈ ਹੁੰਦਾ ਹੈ। ਇਹ ਜਿਹੜਾ ਪਰਮਾਤਮਾ ਦਾ ਕੌਤਕ ਹੈ, ਖੇਡ ਹੈ, ਬੜੀ ਹੈਰਾਨ ਕਰਨ ਵਾਲੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਸਤਿਗੁਰੂ ਫਰਮਾਨ ਕਰਦੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਉ ਹਉਮੈ ਕਹਿ ਨਾ ਕੋਏ। ਜਿਵੇਂ ਇੱਕ ਲਿਖਾਰੀ ਲਿਖਦਾ ਹੈ ਕਿ ਅਸੀਂ ਕਹਿੰਦੇ ਹਾਂ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ, ਫਿਰ ਜੋ ਇਸ ਸੰਸਾਰ ਦੇ ਵਿੱਚ ਮਾੜੇ ਕਰਮ ਹੁੰਦੇ ਨੇ ਉਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਹੇ ਨੇ, ਕਿਉਂਕਿ ਪਰਮਾਤਮਾ ਨੇ ਉਹਨਾਂ ਨੂੰ ਮੰਦੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ।
ਕਿਉਂਕਿ ਸਾਨੂੰ ਇਸ ਗੱਲ ਨੂੰ ਸਮਝਣਾ ਪੈਣਾ ਹੈ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ। ਇਸ ਦੇ ਲਈ ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਜੋ ਚੰਗੇ ਮੰਦੇ ਕਰਮ ਹੁੰਦੇ ਨੇ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੁੰਦੇ ਨੇ। ਇਸ ਦੇ ਲਈ ਸਤਿਗੁਰੂ ਫੁਰਮਾਨ ਕਰਦੇ ਨੇ, ਜਿਸ ਪਰਮਾਤਮਾ ਨੇ ਤੈਨੂੰ ਭੇਜੇ, ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਤਿਨਹੇ ਬੁਲਾਏ, ਉਸੇ ਨੇ ਹੀ ਆਪਣੇ ਵੱਲ ਪ੍ਰੇਰਿਤ ਕੀਤਾ। ਸਹਿਜ ਸੇਤੀ ਆਤਮਕ ਅਡੋਲਤਾ ਨਾਲ ਘਰ ਆਓ, ਹਿਰਦੇ ਘਰ ਦੇ ਵਿੱਚ ਟਿਕਿਆ ਰਹੋ। ਆਨੰਦ ਮੰਗਲ ਗੁਣ ਗਾਓ ਸਹਿਜ ਧੁਨ। ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਆਨੰਦ ਹੀ ਆਨੰਦ, ਖੁਸ਼ੀਆਂ ਹੀ ਖੁਸ਼ੀਆਂ। ਗੁਣ ਗਾਓ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ। ਸਹਿਜ ਧੁਨ ਆਤਮਕ ਅਡੋਲਤਾ ਦੀ ਰੌਂ। ਨੇਜਲ ਰਾਜ ਅਟਲ ਹੁਕਮ। ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਮੇਰੀ ਜਿੰਦੇ, ਜਿਸ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ, ਜਿਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵੱਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ। ਤੂੰ ਆਨੰਦ ਨਾਲ, ਆਤਮਕ ਅਡੋਲਤਾ ਨਾਲ ਹਿਰਦੇ ਘਰ ਵਿੱਚ ਟਿਕਿਆ ਰਹਿ। ਹੇ ਜਿੰਦੇ, ਆਤਮਕ ਅਡੋਲਤਾ ਦੀ ਰੌਂ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ। ਇਸ ਤਰ੍ਹਾਂ ਤੇਰੀ ਪੰਜਾਂ ਕਮਾਦਿਕ ਵੈਰੀਆਂ ਉੱਤੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਉੱਤੇ ਤੂੰ ਆਪਣਾ ਅਟੱਲ ਰਾਜ ਕਰ ਸਕਦਾ ਹੈ। ਆਪਣੇ ਮਨ ਨੂੰ ਟਿਕਾ ਕੇ ਇਕਾਗਰ ਚਿੱਤ ਹੋ ਕੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ। ਆਪਦਾ ਭਈ ਬਤੀਤ ਰਹਾਉ, ਤੁਮ ਘਰ ਆਪਣੇ ਹਿਰਦੇ ਘਰ ਦੇ ਵਿੱਚ, ਤੁਮ ਆਪਣੇ ਆਵੋ ਮੇਰੇ ਮੀਤ, ਹੇ ਮੇਰੇ ਮਿੱਤਰ ਮਨ ਆ। ਤੁਮਰੇ ਦੋਖੀ, ਦੋਖੀ ਕਮਾਦਿਕ ਵੈਰੀ, ਹਰ ਆਪ ਨਿਵਾਰੇ, ਉਸ ਹਰੀ ਨੇ ਆਪ ਹੀ ਦੂਰ ਕਰ ਦਿੱਤੇ ਨੇ। ਆਪਦਾ ਮੁਸੀਬਤ ਭਈ ਬਤੀਤ, ਉਸ ਨੂੰ ਵੀ ਟਾਲ ਦਿੱਤਾ ਹੈ। ਹੇ ਮੇਰੇ ਮਿੱਤਰ ਮਨ, ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹਿ। ਆ ਜਾ, ਪਰਮਾਤਮਾ ਨੇ ਆਪ ਹੀ ਕਮਾਦਿਕ ਤੇਰੇ ਵੈਰੀ ਦੂਰ ਕਰ ਦਿੱਤੇ ਨੇ। ਕਮਾਦਿਕਾਂ ਤੋਂ ਪੈ ਰਹੀ ਮਾਰ ਦੀ ਬਿਪਤਾ ਹੁਣ ਮੁੱਕ ਗਈ ਹੈ। ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ
ਹੁਣ ਪੰਜੇ ਕਮਾਦਿਕ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਉੱਤੇ ਆਪਣਾ ਜ਼ੋਰ ਨਹੀਂ ਚਲਾ ਸਕਦੇ। ਪਰਮਾਤਮਾ ਨੇ ਇਹ ਬਿਪਤਾ ਆਪਣੀ ਕਿਰਪਾ ਦੇ ਨਾਲ ਤੇਰੀ ਮੁਕਾ ਦਿੱਤੀ ਹੈ। ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ, ਨਾਸਨ ਭਾਜਨ ਥਾਕੇ। ਘਰ ਮੰਗਲ ਬਾਜਹਿ ਨਿਤ ਵਾਜੇ, ਆਪੁਨੈ ਖਸਮ ਨਿਵਾਜੇ। ਪ੍ਰਗਟ ਕੀਨੇ ਪ੍ਰਤੱਖ ਕਰ ਦਿੱਤੇ, ਪ੍ਰਭ ਕਰਨੇ ਹਾਰੇ। ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ। ਨਾਸਨ ਭਾਜਨ ਭਟਕਣਾ, ਥਾਕੇ ਮੁੱਕ ਗਈ ਹੈ। ਘਰ ਮੰਗਲ ਹਿਰਦੇ ਘਰ ਦੇ ਵਿੱਚ ਖੁਸ਼ੀਆਂ। ਵਾਜੇ ਵੱਜਦੇ ਹਨ, ਨਿਤ ਵਾਜੇ। ਪਰਮਾਤਮਾ ਦੇ ਖੁਸ਼ੀਆਂ ਦੇ ਆਨੰਦ ਦੇ ਖੜਾਉਦੇ ਜਿਹੜੇ ਬਾਜੇ ਉਹ ਵੱਜਦੇ ਨੇ। ਆਪਨੇ ਆਪਣੇ ਖਸਮ ਨਿਵਾਜੇ, ਖਸਮ ਮਾਲਕ ਨੇ ਨਿਵਾਜੇ ਆਦਰ ਮਾਣ ਦਿੱਤਾ। ਹੇ ਮੇਰੀ ਜਿੰਦੇ, ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨ੍ਹਾਂ ਉੱਤੇ ਮਿਹਰ ਕੀਤੀ, ਉਹਨਾਂ ਦੇ ਅੰਦਰ ਉਸਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਹੈ। ਉਹਨਾਂ ਦੀਆਂ ਭਟਕਣਾਵਾਂ ਮੁੱਕ ਗਈਆਂ ਨੇ। ਉਹਨਾਂ ਦੇ ਹਿਰਦੇ ਘਰ ਵਿੱਚ ਆਤਮਕ ਆਨੰਦ ਦੇ ਮਾਨੋ ਵਾਜੇ ਸਦਾ ਵੱਜਣ ਲੱਗ ਪੈਂਦੇ ਨੇ, ਕਿਉਂਕਿ ਉਹਨਾਂ ਉੱਤੇ ਪੰਜੇ ਕਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ। ਜਦੋਂ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣਾ ਆਪ ਉਸ ਦੇ ਹਿਰਦੇ ਦੇ ਵਿੱਚ ਪ੍ਰਗਟ ਕਰ ਦਿੱਤਾ ਤੇ ਸਾਰੀਆਂ ਹੀ ਭਟਕਣਾਵਾਂ ਮੁੱਕ ਗਈਆਂ ਤੇ ਹਿਰਦੇ ਘਰ ਵਿੱਚ ਖੁਸ਼ੀਆਂ ਦੇ ਆਨੰਦ ਦੇ ਬਾਜੇ ਵੱਜਣ ਲੱਗ ਪਏ ਨੇ। ਅਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੈ ਬਚਨ ਆਧਾਰ। ਜੈ ਜੈਕਾਰ ਸਗਲ ਭੂਮੰਡਲ, ਮੁਖ ਉਜਲ ਦਰਬਾਰ। ਅਸਥਿਰ ਰਹੋ, ਪੱਕੇ ਪੈਰੇ ਟਿਕ ਜਾਓ। ਡੋਲੋ ਮਤ ਕਬਹੂ, ਕਦੇ ਵੀ ਨਾ ਡੋਲੋ। ਗੁਰ ਕੈ ਗੁਰੂ ਦੇ ਬਚਨ, ਗੁਰੂ ਦੇ ਹੁਕਮ ਨੂੰ ਆਧਾਰ ਆਪਣਾ ਆਸਰਾ ਮੰਨ ਕੇ, ਆਪਣਾ ਸਹਾਰਾ ਮੰਨ ਕੇ ਕਿ ਸਾਨੂੰ ਗੁਰੂ ਦਾ ਉਪਦੇਸ਼ ਹੁਣ ਸਾਨੂੰ ਇਹਨਾਂ ਪੰਜਾਂ ਕਮਾਦਿਕ ਵੈਰੀਆਂ ਵਿੱਚ ਡੁੱਬਣ ਨਹੀਂ ਦੇਗਾ। ਪੰਜੇ ਕਮਾਦਿਕ ਵੈਰੀ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਣਗੇ। ਇਸ ਨੂੰ ਗੁਰੂ ਦਾ ਉਪਦੇਸ਼ ਸੁਣ ਕੇ ਆਪਣੀ ਜ਼ਿੰਦਗੀ ਦਾ ਸਹਾਰਾ ਸਮਝ। ਜੈ ਜੈਕਾਰ, ਫਿਰ ਤੇਰੀ ਸ਼ੋਭਾ ਹੀ ਸ਼ੋਭਾ। ਸਗਲ ਭੂਮੰਡਲ, ਸਗਲ ਸਾਰੀ ਭੂਮੰਡਲ ਸ੍ਰਿਸ਼ਟੀ। ਮੁਖ ਉਜਲ, ਜਿਹੜਾ ਤੇਰਾ ਮੂੰਹ ਹੈ ਉਹ ਰੋਸ਼ਨ ਹੋਏਗਾ। ਦਰਬਾਰ ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ, ਦਰਬਾਰ ਦੇ ਵਿੱਚ
ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਵੀ ਕਮਾਦਿਕ ਵੈਰੀਆਂ ਦੇ ਟਾਕਰੇ ਤੇ ਪੱਕੇ ਪੈਰਾਂ ਉੱਤੇ ਖਲੋ ਜਾ। ਵੇਖੀ ਹੁਣ ਕਦੇ ਨਾ ਡੋਲੀ, ਫੇਰ ਸਾਰੀ ਸ੍ਰਿਸ਼ਟੀ ਵਿੱਚ ਸ਼ੋਭਾ ਹੋਵੇਗੀ। ਪ੍ਰਭੂ ਦੀ ਹਜ਼ੂਰੀ ਵਿੱਚ ਤੇਰਾ ਮੁਖ ਉਜਲਾ ਹੋਵੇਗਾ। ਤੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਵਡਿਆਈਆਂ ਪਾਵੇਂਗਾ। ਤੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਨਿਵਾਜਿਆ ਜਾਏਗਾ। ਜਿਨ ਕੇ ਜੀ ਤਿਨਹਿ ਫੇਰੇ, ਆਪੇ ਭਇਆ ਸਹਾਈ। ਅਚਰਜ ਕੀਆ ਕਰਨ ਹਾਰੈ, ਨਾਨਕ ਸੱਚ ਵਡਿਆਈ। ਜਿਨ ਕੇ ਜੀ, ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤੂ ਨੇ, ਜਿਤਨੇ ਵੀ ਧਰਤੀ ਦੇ ਉੱਤੇ ਪੈਦਾ ਹੋਏ ਵੇ ਨੇ, ਤਿੰਨੇ ਹੀ ਫੇਰੇ ਉਸੇ ਪਰਮਾਤਮਾ ਨੇ ਹੀ ਮੋੜੇ ਨੇ। ਜਿਨ ਕੇ ਜੀ, ਜਿਸ ਪ੍ਰਭੂ ਦੇ ਜੀਵ, ਜਿਵੇਂ ਸਤਿਗੁਰੂ ਫੁਰਮਾਨ ਕਰਦੇ ਨੇ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਇਹ ਜਿਹੜਾ ਜੀ ਸ਼ਬਦ ਹੈ ਉਹ ਬਹੁ ਵਚਨ ਹੈ, ਜੋ ਸਾਰੇ ਧਰਤੀ ਦੇ ਜੀਵ ਜੰਤੂਆਂ ਦੇ ਲਈ ਵਰਤਿਆ ਗਿਆ ਹੈ। ਤਿੰਨੇ ਹੀ ਉਸੇ ਪਰਮਾਤਮਾ ਨੇ ਫੇਰੇ ਮੋੜ ਲਏ। ਆਪੇ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਭਇਆ ਉਹਨਾਂ ਦਾ ਹੋਇਆ ਸਹਾਈ ਮਦਦਗਾਰ। ਅਚਰਜ ਕੀਆ, ਅਨੋਖਾ ਖੇਲ ਕੀਆ ਦਿਖਾਇਆ। ਕਰਨ ਹਾਰੇ, ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ। ਨਾਨਕ ਹੈ ਨਾਨਕ ਸੱਚ ਵਡਿਆਈ। ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਇਹ ਸ਼ੋਭਾ ਹੈ। ਇਸ ਦੇ ਲਈ ਸਤਿਗੁਰੂ ਫੁਰਮਾਨ ਕਰਦੇ ਨੇ, ਹੇ ਨਾਨਕ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਨੇ, ਉਹ ਆਪ ਹੀ ਇਹਨਾਂ ਨੂੰ ਵਿਕਾਰਾਂ ਵੱਲੋਂ ਮੋੜਦਾ ਹੈ। ਉਹ ਆਪ ਹੀ ਮਦਦਗਾਰ ਬਣਦਾ ਹੈ। ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ। ਇਹ ਅਨੋਖੀ ਖੇਡ ਪਰਮਾਤਮਾ ਨੇ ਕੀ ਬਣਾਈ ਹੋਈ ਹੈ ਕਿ ਅਸੀਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਾਂ ਕਿ ਜੋ ਸੰਸਾਰ ਦੇ ਵਿੱਚ ਮੰਦੇ ਕਰਮ ਹੁੰਦੇ ਨੇ, ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੁੰਦੇ ਨੇ। ਇਹ ਪਰਮਾਤਮਾ ਦੀ ਇੱਕ ਅਨੋਖੀ ਖੇਡ ਹੈ, ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਆਪ ਹੀ ਕਰਵਾ ਰਿਹਾ ਹੈ, ਆਪ ਹੀ ਕਰ ਰਿਹਾ ਹੈ। ਉਹ ਆਪ ਹੀ ਜੀਵਾਂ ਦੇ ਪਾਸੋਂ ਕਰਾ ਰਿਹਾ ਹੈ। ਕਿਉਂਕਿ ਸਾਨੂੰ ਦੂਸਰੇ ਦੇ ਔਗਣ ਛੱਡ ਦੇਣੇ ਚਾਹੀਦੇ ਹਨ ਤੇ ਆਪਣਿਆਂ ਗੁਣਾਂ ਨੂੰ ਛੱਡ ਦੇਣਾ ਚਾਹੀਦਾ ਹੈ। ਅਗਰ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਕਿਉਂਕਿ ਇਸ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ।
ਇਹ ਪਰਮਾਤਮਾ ਦੀ ਇੱਕ ਅਨੋਖੀ ਖੇਡ ਹੈ